will jump to the unit 2. So it is motion in straight line. So unit 2, motion in straight line. सो मतलब कि ये यूनिट 2 के अगे चैप्टर्स होंगे, शायद 3 चैप्टर या जिन्ने भी। सो ये असी पहलों देखांगे गति कर रही कोई वस्तु मोशन विच आ। मोशन मतलब गति, स्ट्रेट मैंने सरल रेखा, स्ट्रेट लाइन सरल रेखा दे विच। सो कोई वस्तु जिहड़ी आ वो सरल रेखा दे विच रेखी गति करदे आ, उहनूं आपां कहने आ रेखी गति, रैखिक गति। मोशन मैंने गति, कोई चीज़ चलती पई आ, वस्तु आ, पिंड आ, पिंड मैंने विलेज नहीं हुंदा, पिंड मैंने बॉडी ऑबजैक्ट नूं भी असीं पिंड कहने आ। जिद्दां असीं कह दिंदे आ आकाशी पिंड, जिद्दां सूरज तारे जिहड़े आ आकाशी पिंड आ। सो कोई वस्तु आ, बॉडी आ जां ऑबजैक्ट आ, अंग्रेजी च असीं बोलदे ने बॉडी जां ऑबजैक्ट, हिंदी पंजाबी च असीं पिंड जां जिहड़ा हैगा वस्तु बोल दिंदे आ। सो कोई वस्तु जिहड़ी हैगी आ वो गति करदी आ, पर वो गति जिहड़ी करदी आ वो स्ट्रेट लाइन च करदी पई आ। स्ट्रेट लाइन का की मतलब है कि आम तुहाडे रस्ते घरां दे सड़कां ते वो रस्ता तो तुहाडा ऐ हुंदा, तुसीं अपने घरों निकलदे हो, फिर तुसीं ऐ नूं मुड़दे हो, फिर इधर नूं आंदे हो, फिर अगे शायद रस्ता इधर नूं होऊगा, फिर ऐ नूं होऊगा। सो समथिंग फिर हो सकदा वो किते जाके इदां करके इदां भी हुंदा होवे, फिर इदां हुंदा होवे। आम प्रैक्टिकल रस्ते जिहड़े आ वो इस तरह दे हुंदे आ। पर ਅਸੀਂ ਇੱਥੇ ਇਹ ਵਾਲੇ ਰਸਤਿਆਂ ਦੀ ਹਾਲੇ ਗੱਲ ਨਹੀਂ ਕਰਨ ਲੱਗੇ, ਅਸੀਂ ਇੱਦਾਂ ਦੇ ਰਸਤੇ ਦੀ ਗੱਲ ਕਰਨ ਲੱਗੇ ਹਾਂ ਜਿੱਥੇ ਸਿਰਫ ਸਟਰੇਟ ਲਾਈਨ ਆ, ਸਿਰਫ ਸਿੱਧੀ ਰਸਤਾ ਆ, ਇੱਕੋ ਹੀ ਰਸਤਾ ਆ, ਸਿੱਧਾ ਹੀ ਰਸਤਾ ਆ, ਜਿਹੜਾ ਕਿ ਉਹ ਖ਼ਤਮ ਹੀ ਨਹੀਂ ਹੁੰਦਾ, ਉਹ ਕਿਤੇ ਵੀ ਖ਼ਤਮ ਨਹੀਂ ਹੁੰਦਾ। ਉਹ ਸਿਰਫ ਇੱਕ ਸੜਕ ਬਣੀ ਆ, ਸਾਰੀ ਦੁਨੀਆ ਉਸ ਸੜਕ ਦੇ ਕਿਨਾਰੇ ਹੀ ਸਾਰੇ ਕੰਮ ਕਰੀ ਜਾਂਦੇ ਆ। ਸੋ ਇੱਕ ਸਿੱਧੀ 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 ਸਰਲ ਰੇਖਾ ਵਿੱਚ ਸਿਰਫ ਇੱਕ ਪਾਸੇ ਨੂੰ ਹੀ ਜਾਣਾ, ਇੱਧਰ ਨੂੰ ਹੀ ਜਾਣਾ ਵਾ ਜਾਂ ਫਿਰ ਇੱਧਰ ਨੂੰ ਵਾਪਸ ਆਉਣਾ ਵਾ, ਹੋਰ ਕੋਈ ਤਰੀਕਾ ਨਹੀਂ ਗਾ। ਸੋ ਸਿਰਫ ਸਿੱਧੇ ਸਿੱਧੇ ਸਰਲ ਰੇਖਾ ਦੇ ਵਿੱਚ ਹੀ ਗਤੀ ਕਰਨੀ ਆ। ਹੁਣ ਇਹ ਸਰਲ ਰੇਖਾ ਇੱਦਾਂ ਵੀ ਹੋ ਸਕਦੀ ਆ, ਸਰਲ ਰੇਖਾ ਇੱਦਾਂ ਵੀ ਹੋ ਸਕਦੀ, ਇੱਦਾਂ ਵੀ, ਮਤਲਬ ਅਸੀਂ ਇੱਕ ਰਸਤਾ ਮੰਨ ਲਿਆ, ਸੋਚ ਲਿਆ ਵੀ ਸਿੱਧੇ ਸਿੱਧੇ ਹੀ ਆਪਾਂ ਜਾਂਦੇ ਪਏ ਹਾਂ, ਸਰਲ ਰੇਖਾ ਦੇ ਵਿੱਚ ਅਸੀਂ ਜਾਂਦੇ ਪਏ ਹਾਂ, ਤਾਂ ਉਹ ਸਰਲ ਰੇਖਾ ਦੇ ਵਿੱਚ ਜਿਹੜੀ ਗਤੀ ਆ ਉਹਦੇ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ, ਉਹਦੇ ਬਾਰੇ ਪਤਾ ਲਾਉਣਾ ਚਾਹੁੰਦੇ ਹਾਂ ਵੀ ਉੱਥੇ ਕਿਹੜੇ ਮੈਥਮੈਟਿਕਸ, ਕਿਹੜਾ ਫਿਜ਼ਿਕਸ ਜਿਹਦੇ ਫਾਰਮੂਲੇ ਆ ਉਹ ਲੱਗਣਗੇ, ਉਹਨਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਆ। So let us now first of all understand some of the terms static and dynamics. So static ਦਾ ਸੰਬੰਧ ਹੁੰਦਾ ਰੁਕੇ ਹੋਏ ਨਾਲ, ਕੋਈ ਚੀਜ਼ ਰੁਕੀ ਹੋਈ ਆ, ਚੱਲਦੀ ਨਹੀਂ ਪਈ, ਠੀਕ ਆ, ਉਹਨੂੰ ਆਪਾਂ ਸਟੈਟ ਸ਼ਬਦ ਜਿਹੜਾ ਸਟੇਸ਼ਨਰੀ ਸ਼ਬਦ ਤੁਸੀਂ ਸੁਣਿਆ ਵੀ, ਜਿੱਦਾਂ ਰੁਕੀ ਹੋਈ ਚੀਜ਼ ਸਟੇਸ਼ਨਰੀ। ਸੋ ਸਟੈਟਿਕ ਦਾ ਸੰਬੰਧ ਰੁਕੇ ਹੋਏ ਦੇ ਨਾਲ ਹੁੰਦਾ ਵਾ। ਅਤੇ ਜਦੋਂ ਕੋਈ ਵਸਤੂ ਰੈਸਟ 'ਤੇ ਆ, ਵਿਰਾਮ ਅਵਸਥਾ ਵਿੱਚ ਆ, ਰੈਸਟ ਵਿਰਾਮ ਅਵਸਥਾ। ਡਾਇਨਾਮਿਕਸ ਜਾਂ ਕਾਇਨਮੈਟਿਕਸ ਦੋ ਸ਼ਬਦ ਆ ਜਾਂਦੇ ਹੁਣ ਇੱਥੇ। ਕਾਇਨਮੈਟਿਕਸ ਇਹਦਾ ਸੰਬੰਧ ਗਤੀ ਨਾਲ ਹੁੰਦਾ ਵਾ, ਮੋਸ਼ਨ ਦੇ ਨਾਲ। ਡਾਇਨਾਮਿਕਸ ਦਾ ਸੰਬੰਧ ਵੀ ਮੋਸ਼ਨ ਨਾਲ ਹੁੰਦਾ, ਪਰ ਇਹਦਾ ਜਿਹੜਾ ਸਹੀ ਮਤਲਬ ਨਿਕਲਦਾ ਵਾ ਉਹ ਦੂਜੀ ਭਾਸ਼ਾ 'ਚ ਉਹ ਪਾਵਰ ਨਿਕਲਦਾ ਵਾ। ਇਹ ਗਰੀਕ ਭਾਸ਼ਾ ਦੇ ਸ਼ਬਦ ਆ। ਕਾਇਨਮੈਟਿਕਸ ਗਰੀਕ ਭਾਸ਼ਾ ਦਾ ਸ਼ਬਦ ਆ ਜਿਹਦਾ ਮਤਲਬ ਮੋਸ਼ਨ ਹੁੰਦਾ। ਡਾਇਨਾਮਿਕਸ ਗਰੀਕ ਭਾਸ਼ਾ ਦਾ ਸ਼ਬਦ ਆ ਜਿਹਦਾ ਮਤਲਬ ਪਾਵਰ ਹੁੰਦਾ ਹੈਗਾ। ਸੋ ਸਟੈਟਿਕ, ਜਦੋਂ ਅਸੀਂ ਸਟੈਟਿਕਸ ਦੀ ਗੱਲ ਕਰਦੇ ਹਾਂ, ਇੱਕ ਹੁੰਦਾ ਸਟੈਟਿਸਟਿਕਸ ਦਾ ਮਤਲਬ ਹੁੰਦਾ ਉਹਦੇ 'ਚ ਸਟੈਟਿਸਟਿਕਸ, ਉਹ ਡਾਟੇ ਦੀ ਗੱਲਾਂ ਕਰਦੇ ਆ, ਜਿੱਥੇ ਮੀਨ, ਐਵਰੇਜ, ਮੀਡੀਅਨ, ਮੋਡ ਵਗੈਰਾ ਕੱਢਦੇ ਹੋ, ਸਟੈਟਿਸਟਿਕਸ ਹੁੰਦਾ ਵਾ। ਇੱਥੇ ਆਪਾਂ ਸਟੈਟਿਕਸ ਦੀ ਗੱਲ ਕਰਦੇ ਹਾਂ, ਸਟੈਟਿਕ, ਠੀਕ ਆ। ਸੋ ਇਹ ਗੱਲ ਦਾ ਧਿਆਨ ਰੱਖਣਾ ਵੀ ਸਟੈਟਿਸਟਿਕਸ ਦੀ ਗੱਲ ਹੋ ਰਹੀ ਕਿ ਸਟੈਟਿਕ ਦੀ ਗੱਲ ਹੋ ਰਹੀ ਹੈ, ਸਟੈਟਿਕਸ ਦੀ ਗੱਲ ਹੋ ਰਹੀ ਆ। ਸੋ ਸਟੈਟਿਕਸ ਜਿਹੜਾ ਹੈਗਾ ਵਾ ਇਹਦੇ ਵਿੱਚ ਅਸੀਂ ਕੋਈ ਵਸਤੂ ਮੋਸ਼ਨ ਕਰਦੀ ਆ, ਜਦੋਂ ਕਿ ਉਹਦੇ 'ਤੇ ਜਿਹੜੇ ਫੋਰਸਿਸ ਜਿਹੜੇ ਲੱਗਦੇ ਪਏ ਆ, ਜਾਂ ਤਾਂ ਉਹ ਇਕੁਲਿਬਰੀਅਮ 'ਚ ਜਾਂ ਲੱਗਦੇ ਹੀ ਨਹੀਂ ਪਏ ਹੈਗੇ, ਮਤਲਬ ਸਾਰੇ ਫੋਰਸਿਸ ਨੇ ਇੱਕ ਦੂਜੇ ਦੇ ਅਸਰ ਨੂੰ ਖ਼ਤਮ ਕਰ ਦਿੱਤਾ ਹੋਇਆ ਆ, ਫਿਰ ਉਹ ਸਟੈਟਿਕਸ ਦੀ ਗੱਲ ਆਪਾਂ ਕਰਦੇ ਹਾਂ। ਰੈਸਟ 'ਤੇ ਆ, ਉਹਦੇ 'ਤੇ ਮਤਲਬ ਫੋਰਸਿਸ ਨਹੀਂ ਲੱਗਦੇ ਪਏ, ਨੈਟ ਫੋਰਸਿਸ ਨਹੀਂ ਹੈਗੇ। ਕਾਇਨਮੈਟਿਕਸ ਜਿਹੜਾ ਹੁੰਦਾ ਵਾ ਉਹਦੇ 'ਚ ਅਸੀਂ ਕਿਸੇ ਵਸਤੂ ਦੀ ਮੋਸ਼ਨ ਦੀ ਗੱਲ ਕਰਦੇ ਹਾਂ ਕਿ ਕੋਈ ਵਸਤੂ ਚੱਲਦੀ ਪਈ ਆ, ਉਹ ਇੰਨੇ ਵਜੇ ਚੱਲੀ, ਇੰਨੇ ਵਜੇ ਉੱਥੇ ਪਹੁੰਚ ਗਈ।
ਸੋ ਇਹਦੇ ਵਿੱਚ ਅਸੀਂ ਇਹ ਨਹੀਂ ਦੇਖਦੇ ਵੀ ਉਹਦਾ ਜਿਹੜਾ ਕਾਰਨ ਕੀ ਆ, ਕਿਉਂ ਚੱਲੀ, ਉਹਨੂੰ ਕਿਹਨੇ ਧੱਕਾ ਮਾਰਿਆ, ਫੋਰਸ ਲਾਇਆ ਸੀ ਕਿ ਨਹੀਂ ਲਾਇਆ ਸੀ, ਉਹਦੀ ਆਪਾਂ ਗੱਲਬਾਤ ਨਹੀਂ ਕਰਦੇ ਹੈਗੇ। ਡਾਇਨਾਮਿਕਸ ਦੇ ਵਿੱਚ ਆਪਾਂ ਕੀ ਕਰਦੇ ਹੈਗੇ ਆ, ਅਸੀਂ ਇਹ ਧਿਆਨ ਰੱਖਦੇ ਹਾਂ ਵੀ ਇਹ ਚੱਲੀ ਕਿਉਂ, ਇਹ ਤਾਂ ਆਰਾਮ ਨਾਲ ਖੜੀ ਸੀ ਚੀਜ਼, ਇਹਨੂੰ ਕਿਹਨੇ ਧੱਕਾ ਮਾਰਿਆ, ਉਹ ਧੱਕਾ ਕਿੰਨਾ ਮਾਰਿਆ ਵਗੈਰਾ ਵਗੈਰਾ, ਉਹ ਚੀਜ਼ਾਂ ਦਾ ਵੀ ਧਿਆਨ ਰੱਖਦੇ ਹਾਂ। ਸੋ ਉਹਨਾਂ ਦੀ ਜਿਹੜੀ ਸਟੇਟ ਆ, ਉਹਨਾਂ ਦੀ ਜਿਹੜੀ ਅਵਸਥਾ ਆ, ਜਿਹਨੂੰ ਤੁਸੀਂ ਕਹਿੰਦੇ ਸਟੇਟ ਆਫ ਰੈਸਟ, ਸਟੇਟ ਆਫ ਰੈਸਟ ਜਾਂ ਸਟੇਟ ਆਫ ਮੋਸ਼ਨ, ਸਟੇਟ ਆਫ ਰੈਸਟ, ਸਟੇਟ ਆਫ ਰੈਸਟ ਮਤਲਬ ਉਹਦੀ ਅਵਸਥਾ, ਵਿਰਾਮ ਅਵਸਥਾ, ਸਟੇਟ ਆਫ ਮੋਸ਼ਨ ਮਤਲਬ ਉਹਦੀ ਗਤੀਜ ਅਵਸਥਾ, ਅਵਸਥਾ ਇੱਥੇ ਸਟੇਟ ਦਾ ਮਤਲਬ ਅਵਸਥਾ ਤੋਂ ਆ। ਸੋ ਪੰਜਾਬੀ 'ਚ ਤੁਸੀਂ ਪੜ੍ਹਿਆ ਹੋਣਾ ਹੈ। ਸੋ ਅਵਸਥਾ, ਸੋ ਸਟੇਟ ਆਫ ਰੈਸਟ, ਸਟੇਟ ਆਫ ਮੋਸ਼ਨ, ਸੋ ਇਹਦੀ ਆਪਾਂ ਗੱਲ ਕਰਦੇ ਹਾਂ। ਸੋ ਲੈਟ ਅਸ ਫਸਟ ਅੰਡਰਸਟੈਂਡ ਵਾਟ ਇਜ਼ ਰੈਸਟ ਐਂਡ ਵਾਟ ਇਜ਼ ਮੋਸ਼ਨ। ਸੋ ਰੈਸਟ ਕੀ ਹੁੰਦੀ ਆ ਅਤੇ ਮੋਸ਼ਨ ਕੀ ਹੁੰਦੀ ਆ। ਹੁਣ ਰੈਸਟ ਦਾ ਕੀ ਮਤਲਬ ਆ ਕਿ ਕੋਈ ਵਸਤੂ ਆ ਇੱਥੇ ਪਈ ਆ, ਮੰਨ ਲਓ ਸੜਕ ਬਾਰੇ ਸੋਚੋ, ਉਹ ਸੜਕ ਇੱਦਾਂ ਦੀ ਸੜਕ ਆ, ਠੀਕ ਆ, ਇੱਥੇ ਇੱਕ ਪੋਲ ਲੱਗਾ ਹੋਇਆ, ਖੰਭਾ ਲੱਗਾ ਹੋਇਆ, ਠੀਕ ਆ, ਇੱਥੇ ਇੱਕ ਟਰੀ ਲੱਗਾ ਹੋਇਆ, ਠੀਕ ਆ, ਇੱਥੇ ਇੱਕ ਟਰੀ ਲੱਗਾ ਹੋਇਆ, ਇੱਥੇ ਕੋਈ ਬੰਦਾ ਖੜਾ ਆ, ਠੀਕ ਆ। ਹੁਣ ਇਹ ਬੰਦੇ ਦੀ ਦੂਰੀ ਬ੍ਰਿਕਸ਼ ਤੋਂ, ਟਰੀ ਤੋਂ ਫਿਕਸ ਹੋ ਗਈ, ਪੋਲ ਤੋਂ ਉਹਦੀ ਡਿਸਟੈਂਸ ਫਿਕਸ ਆ। ਇਹ ਬੰਦੇ ਦੀ ਜਿਹੜੀ ਮੋਸ਼ਨ ਆ, ਬੰਦੇ ਦੀ ਥਾਂ 'ਤੇ ਕੋਈ ਕਾਰ ਲੈ ਲਓ, ਕੁਛ ਵੀ ਲੈ ਸਕਦੇ ਹੋ ਤੁਸੀਂ। ਸੋ ਇਹਦੀ ਜਿਹੜੀ ਇਹ ਡਿਸਟੈਂਸ ਆ, ਮੰਨ ਲਓ ਇਹ 10 ਸੈਂਟੀਮੀਟਰ ਦੂਰ ਖੜਾ, ਇੱਥੋਂ ਇਹ 2 ਮੀਟਰ ਦੂਰ ਖੜਾ, ਅਤੇ ਇਹ ਜਿਹੜਾ 10 ਸੈਂਟੀਮੀਟਰ ਆ, ਮੈਂ ਘੜੀ 'ਤੇ ਟਾਈਮ ਦੇਖਿਆ, ਘੜੀ 'ਤੇ 5:10 ਹੋਇਆ, ਠੀਕ ਹੈ, 05:10 ਮਿੰਟਸ ਆਵਰਸ ਹੋਇਆ। ਤਾਂ ਉਸ ਵੇਲੇ ਜਿਹੜਾ ਹੈਗਾ ਇਹ ਬੰਦਾ ਇੱਥੇ ਖੜਾ ਸੀ। ਫਿਰ ਮੈਂ ਠਹਿਰ ਕੇ ਫਿਰ ਟਾਈਮ ਦੇਖਿਆ, ਮਤਲਬ 5 ਮਿੰਟ ਬਾਅਦ ਟਾਈਮ ਦੇਖੀ ਜਾਂਦਾ ਮੈਂ, ਫਿਰ 6 ਵਜੇ ਵੀ ਟਾਈਮ ਦੇਖ ਲਿਆ, ਠੀਕ ਆ। ਤਾਂ ਉਦੋਂ ਵੀ ਜਿਹੜਾ ਬੰਦਾ ਹੈ ਇੱਥੇ ਹੀ ਖੜਾ ਵਾ। ਇਹਦਾ ਮਤਲਬ ਇਹਦਾ ਜਿਹੜਾ ਡਿਸਟੈਂਸ 10 ਸੈਂਟੀਮੀਟਰ 2 ਮੀਟਰ, ਇਹਦੇ 'ਚ ਕੋਈ ਫਰਕ ਨਹੀਂ ਪਿਆ। ਮਤਲਬ ਕਿ ਇਹਦੇ ਜਿਹੜੇ ਯੂ ਕੈਨ ਸੇ ਇਹਦੇ ਸਰਾਊਂਡਿੰਗ, ਇਹਦੇ ਆਲੇ ਦੁਆਲੇ ਸਰਾਊਂਡਿੰਗ, ਇਹਦੇ ਸਰਾਊਂਡਿੰਗ ਕੀ ਆ, ਇਹਦਾ ਆਲਾ ਦੁਆਲਾ ਮੀਨਸ ਬ੍ਰਿਕਸ਼ ਲੱਗਾ, ਖੰਭਾ ਲੱਗਾ, ਹੋ ਸਕਦਾ ਇੱਥੇ ਕੋਈ ਦੁਕਾਨ ਹੋਵੇ, ਕੋਈ ਘਰ ਹੋਵੇ। ਸੋ ਉਹ ਆਪਣੇ ਆਲੇ ਦੁਆਲੇ ਦੇ ਹਿਸਾਬ ਨਾਲ ਉਹਦੀ ਜਿਹੜੀ ਸਥਿਤੀ ਆ, ਉਹਦੀ ਜਿਹੜੀ ਅਵਸਥਾ ਆ, ਉਹਦੀ ਜਿਹੜੀ ਪੋਜੀਸ਼ਨ ਸਥਿਤੀ, ਜਿਹੜੀ ਉਹਦੀ ਪੋਜੀਸ਼ਨ ਆ ਉਹ ਨਹੀਂ ਬਦਲਦੀ ਪਈ, ਉਹਦੀ ਪੋਜੀਸ਼ਨ ਜਿਹੜੀ ਆ ਉਹ ਸੇਮ ਰਹਿ ਰਹੀ ਆ। ਸੋ ਪੋਜੀਸ਼ਨ ਇਜ਼ ਨੋਟ ਚੇਂਜਿੰਗ ਵਿਦ ਰਿਸਪੈਕਟ ਟੂ ਇਟਸ ਸਰਾਊਂਡਿੰਗ, ਵਿਦ ਰਿਸਪੈਕਟ ਟੂ, ਇਹਨੂੰ WRT ਲਿਖ ਦਿੰਦੇ ਆ, ਬਾਰ ਯੂਜ਼ ਹੁੰਦਾ, ਵਿਦ ਰਿਸਪੈਕਟ ਟੂ ਇਟਸ ਸਰਾਊਂਡਿੰਗ। ਇਹ ਸਰਾਊਂਡਿੰਗ ਮਤਲਬ ਆਲਾ ਦੁਆਲਾ, ਆਲੇ ਦੁਆਲੇ ਦੇ ਹਿਸਾਬ ਨਾਲ ਇਹਦੀ ਜਿਹੜੀ ਥਾਂ ਆ, ਇਹਦੀ ਜਿਹੜੀ ਪੋਜੀਸ਼ਨ ਆ, ਇਹਦੀ ਜਿਹੜੀ ਸਥਿਤੀ ਆ, ਉਹ ਨਹੀਂ ਬਦਲਦੀ ਪਈ, ਇਸ ਕਰਕੇ ਇਹ ਰੈਸਟ 'ਤੇ ਆ। ਜੇ ਇਹਦੀ ਇਹ ਸਥਿਤੀ ਬਦਲ ਜਾਂਦੀ ਇਸ ਵਸਤੂ ਦੀ, ਫਿਰ ਉਹ ਮੋਸ਼ਨ 'ਚ ਹੋ ਜਾਣੀ ਸੀ। ਮਤਲਬ ਕਿ ਆਪਾਂ ਉਹਨੂੰ 1 ਮਿੰਟ ਬਾਅਦ ਦੇਖਿਆ ਅਤੇ ਉਹਦੀ ਜਿਹੜੀ ਆ ਦੂਰੀ ਆ ਉਹ 10 ਦੀ ਬਜਾਏ 5 ਰਹਿ ਗਈ। ਮੰਨ ਲਓ ਫਿਰ ਇਹ ਜਿਹੜੀ 2 ਮੀਟਰ ਦੀ ਦੂਰੀ ਸੀ, ਇਹ ਸ਼ਾਇਦ 1.5 ਮੀਟਰ ਰਹਿ ਗਈ ਹੋਊਗੀ, ਕੁਛ ਸਮੇਂ ਬਾਅਦ ਹੋ ਸਕਦਾ 1 ਮੀਟਰ ਰਹਿ ਗਈ ਹੋਵੇ। ਸੋ ਮਤਲਬ ਕਿ ਇਹਦੀ ਜਿਹੜੀ ਦੂਰੀ ਹੈਗੀ ਆ ਉਹ ਇਹਨਾਂ ਫਿਕਸ ਪੁਆਇੰਟਾਂ ਤੋਂ, ਜਿਹੜੀਆਂ ਚੀਜ਼ਾਂ ਆਪਾਂ ਮੰਨਦੇ ਹਾਂ ਕਿ ਜ਼ਮੀਨ ਜਿਹੜੀ ਆ ਜਿੱਥੇ ਅਸੀਂ ਖੜ੍ਹੇ ਹਾਂ ਇਹ ਰੁਕੀ ਹੋਈ ਆ, ਸਾਨੂੰ ਦਿਖਦੀ ਨਹੀਂ ਹੈ, ਚੱਲਦੀ ਹੋਈ ਨਜ਼ਰ ਨਹੀਂ ਆਉਂਦੀ। ਸਾਰਾ ਕੁਛ ਜ਼ਮੀਨ 'ਤੇ ਖੰਭੇ, ਬ੍ਰਿਕਸ਼, ਦੁਕਾਨਾਂ, ਘਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਰੁਕੀਆਂ ਹੋਈਆਂ ਆਪਾਂ ਮੰਨਦੇ ਹਾਂ ਵੀ ਉਹ ਸਟੈਟਿਕ ਹੈਗੀਆਂ, ਰੁਕੀਆਂ ਹੋਈਆਂ, ਕਿਤੇ ਨਹੀਂ ਜਾਂਦੀਆਂ, ਠੀਕ ਆ। ਅਸੀਂ ਰੋਜ਼ ਆਪਣੇ ਘਰ ਜਾਂਦੇ ਹਾਂ, ਉੱਥੇ ਹੀ ਹੁੰਦਾ, ਕਿਤੇ ਹੋਰ ਨਹੀਂ ਚਲਿਆ ਜਾਂਦਾ। ਆਪਣਾ ਸਕੂਲ ਵੀ ਉੱਥੇ ਹੀ ਹੁੰਦਾ, ਕਿਤੇ ਹੋਰ ਨਹੀਂ ਚਲਿਆ ਜਾਂਦਾ। ਸੋ ਇਹਦਾ ਮਤਲਬ ਇਹ ਚੀਜ਼ਾਂ ਰੁਕੀਆਂ ਹੋਈਆਂ ਆ। ਅਤੇ ਜਦੋਂ ਮੈਂ ਘਰ ਤੋਂ ਸਕੂਲ ਲਈ ਚੱਲਦਾ, ਉਸ ਵੇਲੇ ਮੇਰੀ ਜਿਹੜੀ ਡਿਸਟੈਂਸ ਆ, ਉਹਦੀ ਜਿਹੜੀ ਮੇਰੀ ਪੋਜੀਸ਼ਨ ਆ ਉਹ ਬਦਲੀ ਜਾਂਦੀ ਆਲੇ ਦੁਆਲੇ ਦੇ ਹਿਸਾਬ ਨਾਲ। ਮੈਂ ਸਕੂਲ ਦੇ ਨੇੜੇ ਜੇ ਪਹੁੰਚੀ ਜਾਂਦਾ, ਅਤੇ ਇਹਦਾ ਮਤਲਬ ਮੇਰੀ ਜਿਹੜੀ ਮੋਸ਼ਨ ਵਾਲੀ ਸਥਿਤੀ ਆ। ਜਿਵੇਂ ਆਪਣੇ ਘਰ ਬੈਠਾ, ਸਕੂਲ ਮੈਂ ਗਿਆ ਹੀ ਨਹੀਂ, ਅਤੇ ਮੈਂ ਘਰੇ ਹੀ ਰਹਿ ਰਿਹਾ, ਬੈੱਡ 'ਤੇ ਆਰਾਮ ਨਾਲ ਲੇਟਿਆ ਹੋਇਆ ਆ, ਕੁਛ ਕਰਦਾ ਨਹੀਂ ਪਿਆ, ਸਕੂਲ ਵੱਲ ਜਾਣ ਲਈ ਮੈਂ ਕੋਈ ਐਫਰਟ ਨਹੀਂ ਕੀਤਾ, ਅਤੇ ਮੈਂ ਸਕੂਲ ਤੋਂ ਮੇਰੀ ਦੂਰੀ ਜਿਹੜੀ ਹੈਗੀ ਆ ਉਹ ਫਿਕਸ ਹੋ ਗਈ, ਉਹ ਵੱਧਦੀ, ਉਹ ਜਿਹੜੀ ਆ ਘਟਦੀ ਨਹੀਂ ਪਈ। ਇਹਦਾ ਮਤਲਬ ਆ ਕਿ ਹੁਣ ਮੈਂ ਰੈਸਟ 'ਤੇ ਹੈਗਾ ਵਾਂ, ਠੀਕ ਆ। ਸੋ ਇਸ ਤਰ੍ਹਾਂ ਇਹ ਰੈਸਟ ਅਤੇ ਮੋਸ਼ਨ ਦੀ ਗੱਲ ਹੁੰਦੀ ਹੈ, ਸਟੇਟ ਆਫ ਰੈਸਟ ਅਤੇ ਸਟੇਟ ਆਫ ਮੋਸ਼ਨ। ਪਰ ਕੀ ਰੈਸਟ ਅਤੇ ਮੋਸ਼ਨ ਜਿਹੜੀਆਂ ਗੱਲਾਂ ਹੈਗੀਆਂ ਵਾ ਇਹ ਐਬਸਲਿਊਟ ਹੈਗੀਆਂ ਆ? ਐਬਸਲਿਊਟ ਦਾ ਮਤਲਬ ਹੁੰਦਾ ਵਾ ਕਿ ਪੱਕਾ ਸੱਚ ਹੈਗਾ ਵਾ, ਹਮੇਸ਼ਾ ਹੀ ਸੱਚ ਰਹੂਗਾ, ਕਿ ਜਦੋਂ ਤੁਸੀਂ ਰੈਸਟ 'ਤੇ ਆ ਕੋਈ ਜਾਣਾ ਤੁਹਾਨੂੰ ਉਦੋਂ ਮੋਸ਼ਨ 'ਚ ਕਹੂਗਾ? ਇੱਦਾਂ ਕਿੱਦਾਂ ਹੋ ਸਕਦਾ ਆ? ਜਿੱਦਾਂ ਹੁਣ ਮੰਨ ਲਓ ਕਿ ਤੁਸੀਂ ਇੱਕ ਰੇਲ ਗੱਡੀ ਦੇ ਵਿੱਚ ਗਏ ਆ, ਰੇਲ ਗੱਡੀ ਦੇ ਵਿੱਚ ਦਿੱਲੀ ਜਾਣਾ, ਜਲੰਧਰੋਂ ਚੜ੍ਹ ਗਏ, ਅੰਮ੍ਰਿਤਸਰੋਂ ਚੜ੍ਹ ਗਏ, ਲੁਧਿਆਣਿਓਂ ਚੜ੍ਹ ਗਏ, ਬੰਬੇ ਤੋਂ ਚੜ੍ਹ ਗਏ, ਅਤੇ ਤੁਸੀਂ ਸਾਡੀ ਰੇਲ ਗੱਡੀ ਜਿਹੜੀ ਆ, ਟ੍ਰੇਨ ਆ, ਉਹ ਚੱਲ ਗਈ। ਜਦੋਂ ਰੇਲ ਗੱਡੀ ਚੱਲ ਪਈ ਤਾਂ ਰੇਲ ਗੱਡੀ ਜਦੋਂ ਚੱਲਣੀ ਸ਼ੁਰੂ ਹੋਈ, ਤੁਸੀਂ ਰੇਲ ਗੱਡੀ 'ਚ ਹੁਣ ਰੈਸਟ 'ਤੇ ਆ, ਤੁਸੀਂ ਉੱਥੇ ਆਰਾਮ ਨਾਲ ਇੱਕ ਜਗ੍ਹਾ 'ਤੇ ਉਹਦੇ ਬਰਥ 'ਤੇ ਲੇਟ ਗਏ, ਆਰਾਮ ਨਾਲ ਸੋ ਗਏ, ਤਾਂ ਕੀ ਤੁਸੀਂ ਹੁਣ ਰੈਸਟ ਦੇ ਉੱਤੇ ਆ ਕਿ ਤੁਸੀਂ ਮੋਸ਼ਨ 'ਚ ਆ?
ਹੁਣ ਜੇ ਤਾਂ ਤੁਸੀਂ ਗੱਡੀ ਦੇ ਅੰਦਰ ਹੀ ਗੱਲ ਕਰੋ, ਸਾਰੇ ਦਰਵਾਜ਼ੇ ਖਿੜਕੀਆਂ ਬੰਦ ਕਰ ਦਿਓ ਗੱਡੀ ਦੀਆਂ, ਅਤੇ ਸਾਰੇ ਲੋਕ ਅੰਦਰ ਗੱਡੀ ਦੇ, ਕੋਈ ਸੁੱਤਾ ਪਿਆ, ਕੋਈ ਖੇਡਦਾ ਪਿਆ, ਪਰ ਆਪਣੀਆਂ ਸੀਟਾਂ 'ਤੇ ਬੈਠੇ ਆ, ਅਤੇ ਹਿੱਲ ਜੁਲ ਨਹੀਂ ਜ਼ਿਆਦਾ ਲਾ ਰਹੇ ਹੈਗੇ, ਆਪਾਂ ਉਹਨੂੰ ਕਹਾਂਗੇ ਵੀ ਇਹ ਆਰਾਮ ਨਾਲ ਬੈਠੇ ਆ, ਸਾਰੇ ਲੋਕ ਗੱਲਾਂ ਬਾਤਾਂ ਮਾਰਦੇ ਪਏ ਆ। ਜਿੱਦਾਂ ਆਪਾਂ ਘਰੇ ਸੋਫਿਆਂ 'ਤੇ ਕੁਰਸੀਆਂ 'ਤੇ ਬਹਿ ਜਾਈਏ, ਅਤੇ ਗੱਡੀ ਟ੍ਰੇਨ ਦੇ ਵਿੱਚ ਵੀ ਸਾਰੇ ਲੋਕ ਇੱਦਾਂ ਹੀ ਆਰਾਮ ਨਾਲ ਬੈਠੇ ਆ। ਪਰ ਤੁਸੀਂ ਜੇ ਆਰਾਮ ਨਾਲ ਬੈਠੇ ਆ, ਫਿਰ ਦਿੱਲੀ ਕਿੱਦਾਂ ਪਹੁੰਚ ਗਏ? ਫਿਰ ਇਹਦਾ ਮਤਲਬ ਤੁਸੀਂ ਆਰਾਮ ਨਾਲ ਬੈਠੇ ਸੀ ਕਿ ਮੋਸ਼ਨ 'ਚ ਸੀ? ਜਿਹੜੀ ਰੇਲ ਗੱਡੀ ਸੀ ਉਹ ਮੋਸ਼ਨ 'ਚ ਸੀ, ਜਿਹੜੇ ਤੁਸੀਂ ਸੀ, ਜੇ ਇਹ ਹੁਣ ਗੱਲ ਹੋ ਗਈ ਕਿ ਤੁਸੀਂ ਕਿੱਥੋਂ, ਕਿਹਦੇ ਹਿਸਾਬ ਨਾਲ ਤੁਹਾਡਾ ਆਲਾ ਦੁਆਲਾ ਕਿਹੜਾ ਹੈਗਾ। ਆਲਾ ਦੁਆਲਾ ਜੇ ਰੇਲ ਗੱਡੀ ਦਾ ਡਿੱਬਾ ਆ ਅੰਦਰੋਂ ਤਾਂ ਫਿਰ ਤਾਂ ਤੁਸੀਂ ਹੈਗੇ ਰੈਸਟ 'ਤੇ। ਪਰ ਜੇ ਤੁਸੀਂ ਬਾਹਰ ਸੜਕਾਂ ਬ੍ਰਿਕਸ਼ਾਂ ਨੂੰ ਦੇਖਦੇ ਪਏ ਆ, ਤਾਂ ਫਿਰ ਤੁਸੀਂ ਰੇਲ ਗੱਡੀ ਦੇ ਨਾਲ ਮੋਸ਼ਨ ਵਿੱਚ ਆ। ਜਿੰਨੀ ਸਪੀਡ ਗੱਡੀ ਦੀ ਆ, ਉਨੀ ਸਪੀਡ ਤੁਹਾਡੀ ਵੀ ਆ। ਜੇ ਗੱਡੀ 100 ਦੀ ਸਪੀਡ 'ਤੇ ਜਾ ਰਹੀ ਆ, ਤਾਂ ਤੁਹਾਡੀ ਸਪੀਡ ਗੱਡੀਆਂ 'ਚ ਬੈਠਿਆਂ ਦੀ ਵੀ 100 ਹੀ ਆ। ਸੋ ਇਹਦਾ ਮਤਲਬ ਆ ਕਿ ਜਿਹੜੀ ਰੈਸਟ ਅਤੇ ਮੋਸ਼ਨ ਆ, ਉਹ ਰੈਲੇਟਿਵ ਟਰਮਸ ਹੁੰਦੀਆਂ ਆ। ਮਤਲਬ ਇਹ ਕੀ ਆ? ਰੈਲੇਟਿਵ ਟਰਮਸ, ਰੈਲੇਟਿਵ ਸਾਪੇਖ ਟਰਮਾਂ ਹੁੰਦੀਆਂ, ਇਹਨਾਂ ਨੂੰ ਪੰਜਾਬੀ 'ਚ ਸਾਪੇਖ ਕਹਿੰਦੇ ਆ, ਸਾਪੇਖ। ਸੋ ਇਹ ਰੈਲੇਟਿਵ ਟਰਮਸ ਹੁੰਦੀਆਂ ਵਾ। ਸੋ ਰੈਲੇਟਿਵ ਦਾ ਮਤਲਬ ਕਿ ਵੀ ਜੇ ਤਾਂ ਮੈਂ ਰੇਲ ਗੱਡੀ ਦੇ ਅੰਦਰ ਬੈਠਾ ਅਤੇ ਮੈਂ ਤੁਹਾਨੂੰ ਦੇਖ ਰਿਹਾ, ਤੁਸੀਂ ਮੇਰੇ ਕੋਲ ਬੈਠੇ, ਮੈਂ ਤੁਹਾਡੇ ਕੋਲ ਬੈਠਾ, ਫਿਰ ਤਾਂ ਅਸੀਂ ਦੋਨੋਂ ਰੈਸਟ 'ਤੇ। ਪਰ ਜੇ ਕੋਈ ਬੰਦਾ ਬਾਹਰ ਪਲੇਟਫਾਰਮ 'ਤੇ ਸੜਕ 'ਤੇ ਖੜ੍ਹਾ ਰੇਲ ਗੱਡੀ ਨੂੰ ਦੇਖ ਰਿਹਾ, ਅਤੇ ਅਸੀਂ ਰੇਲ ਗੱਡੀ ਦੇ ਅੰਦਰ ਹਾਂ, ਅਤੇ ਅਸੀਂ ਲੁਧਿਆਣੇ ਪਹੁੰਚ ਗਏ, ਅਸੀਂ ਪਾਣੀਪਤ ਪਹੁੰਚ ਗਏ, ਅਸੀਂ ਦਿੱਲੀ ਪਹੁੰਚ ਗਏ, ਹੈ ਨਾ, ਤਾਂ ਫਿਰ ਇਹਦਾ ਮਤਲਬ ਆ ਕਿ ਬਾਹਰਲੇ ਬੰਦਿਆਂ ਦੇ ਹਿਸਾਬ ਨਾਲ ਅਸੀਂ ਮੋਸ਼ਨ 'ਚ ਹਾਂ, ਬੇਸ਼ੱਕ ਅਸੀਂ ਰੇਲ ਗੱਡੀ ਦੇ ਵਿੱਚ ਆਰਾਮ ਨਾਲ ਬੈਠੇ ਸੀ। ਸੋ ਇਹਦਾ ਮਤਲਬ ਕਿ ਅਸੀਂ ਆਰਾਮ ਕਦੋਂ ਕਰਨਾ, ਵਿਰਾਮ ਅਵਸਥਾ ਕਦੋਂ ਆ, ਅਤੇ ਗਤੀਜ ਅਵਸਥਾ ਕਦੋਂ ਆ, ਉਹ ਪੱਕਾ ਨਹੀਂ ਹੈਗਾ। ਹੁਣ ਤੁਸੀਂ ਕਹੋਗੇ ਚਲੋ ਠੀਕ ਆ, ਆਪਾਂ ਤਾਂ ਧਰਤੀ 'ਤੇ ਬੈਠੇ ਹਾਂ ਆਰਾਮ ਨਾਲ, ਵੀ ਧਰਤੀ 'ਤੇ ਤਾਂ ਜਦੋਂ ਮੈਂ ਬਹਿ ਗਿਆ ਫਿਰ ਤਾਂ ਮੈਨੂੰ ਕੋਈ ਨਹੀਂ ਨਾ ਹਿਲਾ ਸਕਦਾ। ਪਰ ਤੁਹਾਨੂੰ ਪਤਾ ਹੀ ਆ, ਧਰਤੀ ਤਾਂ ਖੁਦ ਘੁੰਮਦੀ ਪਈ ਆ, ਸੂਰਜ ਦੇ ਦੁਆਲੇ ਚੱਕਰ ਕੱਟਦੀ, ਆਪੇ ਵੀ ਘੁੰਮੀ ਜਾਂਦੀ ਆ। ਇਹਦਾ ਮਤਲਬ ਸੂਰਜ ਦੇ ਆਲੇ ਦੁਆਲੇ ਜੇ ਕੋਈ ਬੰਦਾ ਤੁਹਾਨੂੰ ਸਪੇਸ ਵਿੱਚੋਂ ਦੇਖੂਗਾ, ਤਾਂ ਫਿਰ ਤੁਹਾਡੀ ਸਥਿਤੀ ਉਹੀ ਹੋਊਗੀ ਜਿੱਦਾਂ ਰੇਲ ਗੱਡੀ ਵਿੱਚ ਤੁਸੀਂ ਬੈਠੇ ਸੀ। ਤੁਸੀਂ ਜ਼ਮੀਨ ਦੇ ਉੱਤੇ ਚੌਂਕੜੀ ਮਾਰ ਕੇ ਬਹਿ ਜਾਓ, ਤਾਂ ਵੀ ਤੁਸੀਂ ਜਿਹੜੇ ਆ ਮੋਸ਼ਨ 'ਚ ਆ, ਜੇ ਕੋਈ ਬੰਦਾ ਤੁਹਾਨੂੰ ਬਾਹਰੋਂ ਦੇਖਦਾ ਪਿਆ ਆ, ਕਿਉਂਕਿ ਉਹ ਦੇਖ ਰਿਹਾ ਕਿ ਤੁਹਾਡੀ ਜਿਹੜੀ ਅਰਥ ਹੈ ਉਹ ਸੂਰਜ ਦੇ ਆਲੇ ਦੁਆਲੇ ਚੱਕਰ ਕੱਢਦੀ ਪਈ ਆ, ਇਸ ਲਈ ਤੁਸੀਂ ਧਰਤੀ 'ਤੇ ਬੈਠੇ ਆ, ਇਸ ਲਈ ਤੁਸੀਂ ਵੀ ਉਸ ਵੇਲੇ ਮੋਸ਼ਨ 'ਚ ਆ। ਇਹਦਾ ਤੁਸੀਂ ਕਦੇ ਵੀ ਆਪਣੇ ਆਪ ਨੂੰ ਇਹ ਨਹੀਂ ਕਹਿ ਸਕਦੇ ਅਸੀਂ ਪੱਕੇ ਤੌਰ 'ਤੇ ਰੈਸਟ ਵਿੱਚ ਆ, ਵਿਰਾਮ ਅਵਸਥਾ ਵਿੱਚ ਹੈਗੇ ਆ। ਸੋ ਤੁਸੀਂ ਜਿਹੜੀ ਸਾਪੇਖ ਰੈਲੇਟਿਵ ਰੈਸਟ ਅਤੇ ਰੈਲੇਟਿਵ ਮੋਸ਼ਨ ਵਿੱਚ ਹੁੰਦੇ ਆ। ਕੋਈ ਵੀ ਚੀਜ਼ ਪੱਕੀ ਗਤੀ ਨਹੀਂ ਕਰਦੀ, ਅਤੇ ਕੋਈ ਵੀ ਚੀਜ਼ ਪੱਕੀ ਰੈਸਟ ਨਹੀਂ ਕਰ ਸਕਦੀ। ਉਹ ਇੱਕ ਦੂਜੇ ਦੇ ਹਿਸਾਬ ਨਾਲ ਕਰਦੇ ਆ, ਵਿਦ ਰਿਸਪੈਕਟ ਟੂ ਈਚ ਅਦਰ ਰੈਸਟ 'ਤੇ ਹੁੰਦੇ ਆ, ਵਿਦ ਰਿਸਪੈਕਟ ਟੂ ਈਚ ਅਦਰ ਮੋਸ਼ਨ 'ਚ ਹੁੰਦੇ ਆ। ਜਿੱਦਾਂ ਹੁਣ ਦੋ ਜਾਣੇ ਇੱਕ ਸਾਈਕਲ 'ਤੇ ਬਹਿ ਕੇ ਜਾਂਦੇ ਹੋਣ, ਤਾਂ ਇੱਕ ਅੱਗੇ ਬੈਠਾ ਵਾ ਸਾਈਕਲ ਚਲਾ ਰਿਹਾ, ਅਤੇ ਇੱਕ ਪਿੱਛੇ ਉਹਦੇ ਕੈਰੀਅਰ 'ਤੇ ਬਹਿ ਗਿਆ, ਅਤੇ ਦੋਨੋਂ ਦੋਸਤ ਜਾ ਰਹੇ ਹੈਗੇ ਆ, ਅਤੇ ਉਹ ਹੁਣ ਬੈਠੇ ਤਾਂ ਨੇੜੇ ਆ, ਗੱਲਾਂ ਬਾਤਾਂ ਮਾਰ ਰਹੇ ਆ, ਜਿੱਦਾਂ ਉਹ ਘਰੇ ਬੈਠ ਕੇ ਗੱਲਾਂ ਮਾਰ ਸਕਦੇ ਸੀ, ਉੱਦਾਂ ਹੀ ਉਹ ਸਾਈਕਲ 'ਤੇ ਵੀ ਗੱਲਾਂ ਮਾਰੀ ਜਾਂਦੇ ਆ, ਉਹ ਇੱਕ ਦੂਜੇ ਦੇ ਬਿਲਕੁਲ ਨੇੜੇ ਬੈਠੇ ਆ। ਕੀ ਉਹ ਦੋਨੋਂ ਰੈਸਟ 'ਤੇ ਆ? ਬਾਹਰਲੇ ਲੋਕਾਂ ਦੇ ਹਿਸਾਬ ਨਾਲ ਉਹ ਦੋਨੋਂ ਮੋਸ਼ਨ 'ਚ ਆ, ਕਿਉਂਕਿ ਉਹ ਸਾਈਕਲ 'ਤੇ ਜਾ ਰਹੇ ਆ, ਪਰ ਉਹ ਦੋਨੋਂ ਆਪਸ ਦੇ ਵਿੱਚ ਰੁਕੇ ਹੋਏ ਆ। ਦੋਨਾਂ ਦੀ ਦੂਰੀ ਤਾਂ ਨਹੀਂ ਬਦਲ ਰਹੀ, ਦੋਨੋਂ ਇੱਕ ਦੂਜੇ ਦੇ ਉਨੀ ਦੂਰ ਹੀ ਬੈਠੇ ਆ, ਉਹਨਾਂ ਦੀ ਦੂਰੀ ਨਹੀਂ ਬਦਲ ਰਹੀ। ਇਹਦਾ ਮਤਲਬ ਉਹ ਇੱਕ ਦੂਜੇ ਦੇ ਹਿਸਾਬ ਨਾਲ ਵਿਦ ਰਿਸਪੈਕਟ ਟੂ ਈਚ ਅਦਰ ਉਹ ਰੈਸਟ 'ਤੇ ਆ, ਬਟ ਵਿਦ ਰਿਸਪੈਕਟ ਟੂ ਅਦਰ ਥਿੰਗਸ ਸਰਾਊਂਡਿੰਗਸ, ਦਾ ਰੋਡ, ਦਾ ਟਰੀਜ਼, ਦਾ ਪੋਲਸ, ਦਾ ਸ਼ੋਪਸ ਐਟਸੈਟਰਾ, ਉਹਨਾਂ ਦੇ ਹਿਸਾਬ ਨਾਲ ਉਹ ਜਿਹੜੇ ਦੋਨੋਂ ਜਾਣੇ ਸਾਈਕਲ 'ਤੇ ਇਕੱਠੇ ਇੱਕੋ ਸਾਈਕਲ 'ਤੇ ਜਾ ਰਹੇ, ਇੱਕੋ ਸਕੂਟਰ 'ਤੇ ਜਾ ਰਹੇ, ਉਹ ਜਿਹੜੇ ਹੈਗੇ ਆ ਉਹ ਮੋਸ਼ਨ 'ਚ ਹੈਗੇ ਆ। ਸੋ ਮੇਰੇ ਖਿਆਲ ਇਹ ਗੱਲ ਸਮਝ ਲੱਗ ਗਈ ਹੋਣੀ, ਬਹੁਤ ਇੰਪੋਰਟੈਂਟ ਕੰਸੈਪਟ ਆ ਰੈਸਟ ਅਤੇ ਮੋਸ਼ਨ ਦਾ, ਕਿ ਰੈਸਟ ਅਤੇ ਮੋਸ਼ਨ ਜਿਹੜੇ ਹੈਗੇ ਆ ਉਹ ਸਾਪੇਖ ਰੈਲੇਟਿਵ ਹੁੰਦੇ ਹੈਗੇ ਆ। ਸੋ ਇਸ ਲਈ ਇਹ ਗੱਲ ਦਾ ਧਿਆਨ ਦੇਣਾ ਹੈਗਾ ਤੁਸੀਂ। ਸੋ ਦੈਨ ਦਾ ਕੰਸੈਪਟ ਆਫ ਪੁਆਇੰਟ ਓਬਜੈਕਟ। ਹੁਣ ਪੁਆਇੰਟ ਓਬਜੈਕਟ ਕੀ ਹੋ ਗਿਆ? ਪੁਆਇੰਟ ਓਬਜੈਕਟ ਦੀ ਗੱਲ ਮੈਂ ਤੁਹਾਨੂੰ ਦੱਸਿਆ, ਓਬਜੈਕਟ ਮੈਨੇ ਹੁੰਦਾ ਵਸਤੂ ਜਾਂ ਪਿੰਡ, ਪੁਆਇੰਟ ਮੈਨੇ ਹੋ ਗਿਆ ਬਿੰਦੂ ਇੱਕ, ਮਤਲਬ ਆਹ ਪੁਆਇੰਟ ਆ। ਹੁਣ ਮੰਨ ਲਓ ਕਿ ਮੈਂ ਕਹਿੰਦਾ ਤੁਸੀਂ ਆਹ ਦਿੱਲੀ ਆਹ ਜਲੰਧਰ ਆ, ਅਤੇ ਆਹ ਦਿੱਲੀ ਤੋਂ ਜਲੰਧਰ ਇੰਨੀ ਦੂਰ ਆ, ਤਾਂ ਇਹਦਾ ਮਤਲਬ ਰੇਲ ਗੱਡੀ ਮੈਂ ਜੇ ਜਲੰਧਰ ਦਿੱਲੀ ਜਿਹੜਾ ਕਿ 300-350 ਕਿਲੋਮੀਟਰ ਦੂਰ ਆ, ਤਾਂ ਮੈਂ ਉਹਨੂੰ ਇੱਕ ਇੰਨੀ ਲਕੀਰ ਨਾਲ ਹੀ ਕੱਤਾ, ਤਾਂ ਫਿਰ ਰੇਲ ਗੱਡੀ ਤਾਂ ਫਿਰ ਉਹ ਬਿੰਦੀ ਜਿਹੀ ਬਣੇਗੀ ਨਾ, ਇੱਥੇ ਇੱਕ ਮੈਂ ਡੋਟ ਜਿਹੀ ਬਣਾਊਂਗਾ ਬਰੀਕ ਜਿਹੀ ਬਿੰਦੀ ਜਿਹੀ, ਆ ਰੇਲ ਗੱਡੀ ਆ ਜੀ ਇੱਥੇ। ਜਾਂ ਮੰਨ ਲਓ ਮੈਂ ਕਹਿਣਾ ਹੋਵੇ ਕਾਰ ਦੇ ਵਿੱਚ ਮੈਂ ਇੱਥੋਂ ਕਿਸੇ ਇੱਕ ਥਾਂ ਤੋਂ ਕਿਸੇ ਦੂਜੀ ਥਾਂ 'ਤੇ ਗਿਆ, ਇਹ ਆਪਣੇ ਸ਼ਹਿਰ ਤੋਂ ਕਿਸੇ ਪਿੰਡ 'ਚ ਗਿਆ ਜਿਹੜਾ ਕਿ 10-15 ਕਿਲੋਮੀਟਰ ਦੂਰ ਵੀ ਆ, ਤਾਂ ਜੇ ਮੈਂ ਉਹਨੂੰ ਕਾਪੀ 'ਤੇ ਬਣਾਊਂਗਾ, ਕਾਪੀ 'ਤੇ ਤਾਂ ਮੈਂ ਇੱਕ ਲਕੀਰ ਬਣਾ ਕੇ ਦਿਖਾਊਂਗਾ ਕਿ ਆਹ ਪਿੰਡ ਆ ਅਤੇ ਆਹ ਸ਼ਹਿਰ ਆ, ਅਤੇ ਮੈਂ ਇੱਥੋਂ ਇੰਨੀ ਦੂਰ ਗਿਆ ਜਿਹੜਾ ਕਿ 15 ਕਿਲੋਮੀਟਰ ਆ। ਅਤੇ ਹੁਣ ਤੁਹਾਡੀ ਕਾਰ ਜਾਂ ਬੱਸ ਦੀ ਲੰਬਾਈ ਤਾਂ ਕਿਲੋਮੀਟਰਾਂ 'ਚ ਨਹੀਂ ਨਾ ਹੁੰਦੀ, ਉਹ ਤਾਂ ਵੱਧ ਤੋਂ ਵੱਧ 10 ਮੀਟਰ, 5 ਮੀਟਰ, 2 ਮੀਟਰ, 1 ਮੀਟਰ, 50 ਮੀਟਰ, ਵੱਧ ਤੋਂ ਵੱਧ ਐਡੀਆਂ ਕੁ ਲੰਬੀਆਂ ਕਾਰਾਂ ਬੱਸਾਂ ਹੋ ਸਕਦੀਆਂ ਵਾ। ਤਾਂ ਉਹਨੂੰ ਫਿਰ ਜਦੋਂ ਮੈਂ ਇੰਨੀ ਸਕੇਲ 'ਤੇ ਬਣਾਊਂਗਾ ਤਾਂ ਉਹ ਫਿਰ ਇੱਕ ਡੋਟ ਹੀ ਰਹਿ ਜਾਊਗਾ। ਇਹਦਾ ਮਤਲਬ ਮੈਂ ਕਹੂੰਗਾ ਆਹ ਇੱਕ ਕਾਰ ਜਿਹੜੀ ਹੈ ਇੱਥੋਂ ਚੱਲਦੀ ਪਈ, ਇੱਕ ਪੁਆਇੰਟ ਓਬਜੈਕਟ ਆ।
ਸੋ ਇਸ ਕਰਕੇ ਅਸੀਂ ਜਿਹੜਾ ਪੁਆਇੰਟ ਆਬਜੈਕਟ ਹੈ ਕਿਸੇ ਵੀ ਵਸਤੂ ਨੂੰ ਜਦੋਂ ਅਸੀਂ ਕਾਪੀ 'ਤੇ ਬਣਾਉਂਦੇ ਹਾਂ ਤਾਂ ਅਸੀਂ ਉਹਨੂੰ ਪੁਆਇੰਟ ਆਬਜੈਕਟ ਦੀ ਤਰ੍ਹਾਂ ਟਰੀਟ ਕਰ ਲੈਂਦੇ ਹਾਂ ਅਤੇ ਅਸੀਂ ਕਹਿ ਦਿੰਦੇ ਹਾਂ ਕਿ ਆਹ ਇੱਕ ਕਾਰ ਆ ਜਿਹੜੀ ਇੱਥੋਂ ਇੱਥੇ ਗਈ A ਪੁਆਇੰਟ ਤੋਂ B ਪੁਆਇੰਟ, ਇੱਕ ਰੇਲ ਗੱਡੀ A ਪੁਆਇੰਟ ਤੋਂ B ਪੁਆਇੰਟ 'ਤੇ ਗਈ, ਉਹਨੂੰ ਅਸੀਂ ਪੁਆਇੰਟ ਹੀ ਮੰਨਦੇ ਹਾਂ, ਉਹਨੂੰ ਬਹੁਤ ਵੱਡਾ ਨਹੀਂ। ਹਾਂ ਉਹ ਅਲੱਗ ਗੱਲ ਆ ਕਿ ਜੇ ਅਸੀਂ ਕਹੀਏ ਵੀ ਆਹ ਇੱਕ ਰੇਲ ਗੱਡੀ ਆ, ਆਹ ਰੇਲ ਗੱਡੀ ਦਾ ਡੱਬਾ ਵਾ, ਸੋ ਆਹ ਰੇਲ ਗੱਡੀ ਆ ਆਹ ਵਾਲੀ, ਤਾਂ ਇਹ ਵਾਲੀ ਰੇਲ ਗੱਡੀ ਦਾ ਜਿਹੜਾ ਡੱਬਾ ਵਾ ਸਿਰਫ ਇੱਥੇ ਤੱਕ ਹੀ ਗਿਆ, 2 ਮੀਟਰ ਦੂਰ ਗਿਆ। ਜੇ 2 ਮੀਟਰ ਦੂਰ ਗਿਆ ਤਾਂ ਖੁਦ 4-5 ਮੀਟਰ ਲੰਬਾ ਹੈਗਾ ਵਾ, ਤਾਂ ਫਿਰ 2 ਮੀਟਰ ਦੂਰ ਗਿਆ ਤਾਂ ਫਿਰ ਉੱਥੇ ਉਹਨੂੰ ਅਸੀਂ ਪੁਆਇੰਟ ਆਬਜੈਕਟ ਨਹੀਂ ਕਹਿ ਸਕਦੇ। ਉਦੋਂ ਉਹਨੂੰ ਰੇਲ ਗੱਡੀ ਦੇ ਡੱਬੇ ਨੂੰ ਪੂਰੀ ਦੀ ਪੂਰੀ ਲੰਬਾਈ ਮੰਨਣੀ ਪਊਗੀ, ਤਾਂ ਉਦੋਂ ਉਹਨੂੰ ਅਸੀਂ ਇੱਦਾਂ ਨਹੀਂ ਕਹਿ ਸਕਾਂਗੇ। ਥੈਂਕ ਯੂ।